बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे वीलॉग दे विच मैं तुहानूं एक इंतहाई अफसोसनाक वाकया जिहड़ा खानेवाल दी तहसील मियां चन्नू दा एक पिंड है 135/16L ਉਹਦੇ ਵਿੱਚ ਇਹ 28 ਮਈ ਨੂੰ ਵਾਕਿਆ ਪੇਸ਼ ਆਇਆ ਕਿ ਇਹ ਜਿਹੜਾ ਬਜ਼ੁਰਗ ਆ ਜਿਹਦੀ ਤੁਸੀਂ ਤਸਵੀਰ ਵੇਖ ਰਹੇ ਹੋ, ਇਹ ਜਿਹੜਾ ਘਰੋਂ ਲੜ ਕੇ ਆਪਣੇ ਬੱਚਿਆਂ ਦੇ ਨਾਲ ਕੋਈ ਝਗੜਾ ਹੁੰਦਾ ਪੈਸਿਆਂ ਦੇ ਲੈਣ ਦੇਣ ਦੀ ਵਜ੍ਹਾ ਦੇ ਨਾਲ ਤੇ ਬਾਹਰ ਨਿਕਲ ਜਾਂਦਾ ਔਰ ਟ੍ਰੇਨ ਦੀ ਪਟੜੀ ਤੇ ਜਾਂਦਾ ਜਿਸ ਵੇਲੇ ਤੇ ਟ੍ਰੇਨ ਇਹਨੂੰ ਹਿੱਟ ਕਰਦੀ ਆ ਤੇ ਉੱਥੇ ਇਹ ਫੌਤ ਹੋ ਜਾਂਦਾ। ਫਿਰ 28 ਮਈ ਨੂੰ ਸਵੇਰ 11 ਵਜੇ ਇਹਨਾਂ ਨੂੰ ਇਤਲਾਹ ਮਿਲਦੀ ਆ ਕਿ ਤੁਹਾਡੇ ਵਾਲਦ ਨਾਲ ਹਾਦਸਾ ਹੋ ਗਿਆ ਤੇ ਇਹਨੂੰ ਜਿਸ ਵੇਲੇ ਲੈ ਕੇ ਚੁੱਕੇ ਤੰਬੂ ਕਨਾਤਾ ਲਾਉਂਦੇ ਨੇ, ਘਰ ਲਿਆਂਦੇ ਨੇ ਔਰ ਮੰਜੇ ਤੇ ਪਾਉਂਦੇ ਨੇ ਤੇ ਸਾਰੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਤੇ ਇਕੱਠੇ ਹੋ ਕੇ ਤੇ ਰੋਣਾ ਪਿਟਣਾ ਸ਼ੁਰੂ ਕਰ ਦਿੰਦੇ ਨੇ। ਧੀਆਂ ਵੀ ਆ ਜਾਂਦੀਆਂ, ਪੁੱਤਰ ਵੀ ਆ ਜਾਂਦੇ ਨੇ, ਰੋ ਰੋ ਕੇ ਮਾਫੀਆਂ ਮੰਗਦੇ ਨੇ ਕਿ ਅੱਬਾ ਤੂੰ ਸਾਨੂੰ ਮਾਫ ਕਰ ਦੇ, ਅੱਬਾ ਸਾਨੂੰ ਮਾਫ ਕਰ ਦੇ। ਤੇ ਉਹ ਕਿਸ ਤਰ੍ਹਾਂ ਦੁਆਵਾਂ ਦੇ ਨਾਲ ਲੜਕੀਆਂ ਦੀਆਂ ਜਿਹੜੀਆਂ ਸੀ ਨਿਕਲੀਆਂ, ਅੱਲਾ ਨੇ ਕਬੂਲ ਕਰ ਲਈਆਂ, ਉਹ ਜ਼ਿੰਦਾ ਹੋ ਗਿਆ ਔਰ ਲੜਕਿਆਂ ਨੇ ਕਿੱਦਾਂ ਰੋ ਰੋ ਕੇ ਮਾਫੀਆਂ ਮੰਗੀਆਂ ਕਿ ਉਹ ਵਾਲਦ ਜਿਹੜਾ ਸੀ ਮਰਿਆ ਹੋਇਆ ਜ਼ਿੰਦਾ ਹੋ ਗਿਆ। ਉਹਦੀ ਮੁਕੰਮਲ ਤਫਸੀਲ ਔਰ ਡਿਟੇਲ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਇੱਕ ਸਹਾਫੀ ਨੇ ਵੀ ਜਾ ਕੇ ਇੰਟਰਵਿਊ ਉਸ ਬੰਦੇ ਦਾ ਕੀਤਾ ਸੀ। ਇਹ ਵਾਕਿਆ ਜਿਹੜਾ ਬਿਲਕੁਲ ਹਕੀਕਤ ਆ ਤੇ ਤੁਸੀਂ 135/16L ਦੇ ਵਿੱਚ ਜਾ ਕੇ ਇਹਦੀ ਤਹਿਕੀਕ ਵੀ ਕਰ ਸਕਦੇ ਹੋ। ਇਹ ਵਾਕਿਆ ਇਸ ਤਰ੍ਹਾਂ ਕਿ ਖਾਨੇਵਾਲ ਜ਼ਿਲ੍ਹਾ ਆ, ਉਹਦੀ ਤਹਿਸੀਲ ਮੀਆਂ ਚੰਨੂ ਆ ਤੇ ਉੱਥੇ ਇੱਕ ਪਿੰਡ ਹੈ 135/16L। ਇਹ 28 ਮਈ ਦਾ ਵਾਕਿਆ ਕਿ 27 ਮਈ ਨੂੰ ਰਾਤ ਨੂੰ ਇਹ ਫਲਕ ਸ਼ੇਰ ਜਿਹੜਾ ਨਾ ਆਪਣੇ ਬੱਚਿਆਂ ਦੇ ਨਾਲ ਲੜ ਕੇ ਕੋਈ ਪੈਸਿਆਂ ਦਾ ਮਾਮਲਾ ਸੀ ਲੈਣ ਦੇਣ ਦਾ, ਘਰੋਂ ਨਿਕਲ ਜਾਂਦਾ। ਫਲਕ ਸ਼ੇਰ ਦੇ 5 ਬੱਚੇ ਨੇ ਜਿਹਦੇ ਵਿੱਚ 3 ਬੇਟੇ ਔਰ 2 ਬੇਟੀਆਂ ਔਰ ਬੱਚੇ ਜਿੰਨੇ ਵੀ ਨੇ ਉਹ ਸਾਰੇ ਸ਼ਾਦੀशुदा ਨੇ, ਆਪਣੇ ਆਪਣੇ ਘਰ ਆਬਾਦ ਨੇ। ਬੱਚੀਆਂ ਵੀ ਬੜੀ ਹੰਸੀ ਖੁਸ਼ੀ ਦੇ ਨਾਲ ਆਪਣੇ ਸ਼ੋਹਰਾਂ ਦੇ ਨਾਲ ਘਰ ਆਪਣੇ ਰਹਿੰਦੀਆਂ ਨੇ ਔਰ ਜਿਹੜੇ ਬੇਟੇ ਸੀ 3 ਉਹ ਇਕੱਠੇ ਸੀ, ਜੁਆਇੰਟ ਫੈਮਿਲੀ ਸੀ ਔਰ ਵਾਲਦ ਉਹਨਾਂ ਦੇ ਨਾਲ ਰਹਿੰਦਾ ਸੀ ਫਲਕ ਸ਼ੇਰ। ਫਲਕ ਸ਼ੇਰ ਦੀ ਜਿਹੜੀ ਬੀਵੀ ਸੀ ਉਹ ਫੌਤ ਹੋ ਗਈ ਸੀ। 27 ਮਈ ਨੂੰ ਇਹਦਾ ਆਪਣੇ ਬੇਟਿਆਂ ਦੇ ਨਾਲ ਕੋਈ ਝਗੜਾ ਹੋ ਜਾਂਦਾ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ। ਫਲਕ ਸ਼ੇਰ 27 ਮਈ ਨੂੰ ਰਾਤ ਨੂੰ ਝਗੜ ਕੇ ਆਪਣੇ ਬੇਟਿਆਂ ਦੇ ਨਾਲ ਬਾਹਰ ਨਿਕਲ ਜਾਂਦਾ। ਉੱਥੋਂ ਨਿਕਲ ਕੇ ਤੇ ਕੋਈ ਪਿੰਡ ਦਾ ਅਜ਼ੀਜ਼ ਹੁੰਦਾ ਉਹਦੇ ਘਰ ਰਹਿੰਦਾ ਰਾਤ। ਉਸ ਤੋਂ ਬਾਅਦ ਫਿਰ ਉਹ ਇੱਕ ਖਾਲਾ ਦਾ ਬੇਟਾ ਰਿਸ਼ਤੇਦਾਰ ਉਹਦੇ ਕੋਲ ਚਲਾ ਜਾਂਦਾ। ਉਸ ਤੋਂ ਬਾਅਦ 28 ਮਈ ਨੂੰ ਸਵੇਰ 11 ਵਜੇ ਇਹਨਾਂ ਨੂੰ ਇਤਲਾਹ ਮਿਲਦੀ ਆ ਕਿ ਟ੍ਰੇਨ ਦੀ ਪਟੜੀ ਦੇ ਉੱਤੇ ਤੁਹਾਡੇ ਵਾਲਦ ਦਾ ਹਾਦਸਾ ਹੋ ਗਿਆ ਔਰ ਉਹ ਚੱਲ ਬਸੇ ਨੇ। ਤੇ ਜ਼ਾਹਰਾ ਜਦੋਂ ਬੇਟਿਆਂ ਨੂੰ ਇਤਲਾਹ ਮਿਲਣੀ ਆ ਯਕਦਮ ਧੱਚਕਾ ਤਾਂ ਲੱਗਦਾ ਵੀ ਸਾਡਾ ਵਾਲਦ ਯਾਰ ਘਰੋਂ ਲੜ ਕੇ ਗਿਆ ਤੇ ਟ੍ਰੇਨ ਦੀ ਪਟੜੀ ਤੇ ਗਿਆ ਤੇ ਉੱਥੇ ਹਾਦਸਾ ਹੋ ਗਿਆ, ਗੱਡੀ ਨੇ ਹਿੱਟ ਕੀਤਾ, ਫੌਤ ਹੋ ਗਿਆ। ਤੇ ਉਹਨੂੰ ਉੱਥੇ ਦੇ ਲੋਕ ਮੁਕਾਮੀ ਜਿਹੜੇ ਨੇ ਚੁੱਕਦੇ ਨੇ, ਫਟਾਫਟ DHQ ਹਸਪਤਾਲ ਲੈ ਕੇ ਜਾਂਦੇ ਨੇ। ਪੁਲਿਸ ਆ ਜਾਂਦੀ ਆ ਉੱਥੇ। ਪੁਲਿਸ ਜਿਸ ਵੇਲੇ ਤਫਤੀਸ਼ ਕਰਦੀ ਆ, ਇਧਰੋਂ ਇਹ ਵੀ ਪਹੁੰਚ ਜਾਂਦੇ ਨੇ ਹਸਪਤਾਲ। ਇਹਦੇ ਬੇਟੇ ਜਿਹੜੇ ਸੀ 3 ਤੇ ਬੇਟੀਆਂ ਵੀ ਹਸਪਤਾਲ ਪਹੁੰਚ ਜਾਂਦੀਆਂ ਫਟਾਫਟ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਇਹਦੇ ਬੇਟਿਆਂ ਨੂੰ ਪੁੱਛਦੀ ਆ ਕਿ ਕੀ ਮਾਮਲਾ ਹੋਇਆ ਸੀ, ਕਿੱਦਾਂ ਹੋਇਆ ਸੀ ਝਗੜਾ ਤੇ ਇਹ ਕਿਉਂ ਹਾਦਸਾ ਪੇਸ਼ ਆਇਆ। ਬੇਟਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਰਾਤ ਵਾਲਦ ਸਾਹਿਬ ਕੁਝ ਸਾਡੇ ਨਾਲ ਝਗੜਾ ਕਰਦੇ ਰਹੇ, ਤਲਖ ਕਲਾਮੀ ਹੋ ਗਈ ਥੋੜੀ ਜਿਹੀ, ਜਿਹਦੀ ਵਜ੍ਹਾ ਨਾਲ ਇਹ ਰੁੱਸ ਕੇ ਤੇ ਘਰੋਂ ਨਿਕਲ ਗਏ ਸੀ ਤੇ ਇਸ ਤਰ੍ਹਾਂ ਫਿਰ ਟ੍ਰੇਨ ਦੀ ਪਟੜੀ ਤੇ ਇਹਨਾਂ ਦੇ ਨਾਲ ਹਾਦਸਾ ਹੋ ਗਿਆ। ਸਾਨੂੰ ਇਤਲਾਹ ਮਿਲੀ ਤੇ ਅਸੀਂ ਪਹੁੰਚ ਗਏ ਹਾਂ। ਤੇ ਖੈਰ ਪੁਲਿਸ ਨੇ ਸਾਰੀ ਤਫਤੀਸ਼ ਕੀਤੀ। ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਹ ਜਿਹੜੇ ਆਦਮੀ ਨੇ ਇਹ ਇੱਥੇ ਲਿਆਉਣ ਤੋਂ ਪਹਿਲਾਂ ਹੀ ਫੌਤ ਹੋ ਚੁੱਕੇ ਸੀ, ਤੁਸੀਂ ਇਹਨੂੰ ਘਰ ਲੈ ਜਾਓ। ਖੈਰ ਉਹਦੀ ਲਾਸ਼ ਨੂੰ ਚੁੱਕਦੇ ਆ, ਚੁੱਕ ਕੇ ਤੇ ਘਰ ਲੈ ਆਉਂਦੇ ਆ। ਤੰਬੂ ਕਨਾਤਾਂ ਲਾਈਆਂ ਹੁੰਦੀਆਂ ਤੇ ਫਿਰ ਗਰਮੀ ਦਾ ਮੌਸਮ ਆ। ਇਸ 28 ਤਰੀਕ ਦਾ ਵਾਕਿਆ 28 ਮਈ ਨੂੰ ਦਿਨ 11 ਵਜੇ ਦਾ, ਪਰਸੋਂ ਚੌਥ ਦਾ।
ਤੇ ਤੰਬੂ ਕਰਾਤਾਂ ਲਾਉਂਦੇ ਨੇ। ਫਿਰ ਬਰਫ਼ ਦੇ ਬਲਾਕ ਇੱਕ ਸਰਾਣੇ ਵਾਲੀ ਸਾਈਡ ਤੇ ਅੱਧਾ ਲਾਤਾ, ਅੱਧਾ ਪੌਣੀ ਵਾਲੀ ਸਾਈਡ ਤੇ। ਗਰਮੀ ਦੇ ਵਿੱਚ ਤੁਹਾਨੂੰ ਪਤਾ ਫਿਰ ਇਸ ਵਾਸਤੇ ਬਰਫ਼ ਲਾਈ ਜਾਂਦੀ ਹੈ ਕਿ ਲਾਸ਼ ਜਿਹੜੀ ਹੈ ਖਰਾਬ ਨਾ ਹੋਵੇ, ਜ਼ਿਆਦਾ ਦੇਰ ਕੱਢ ਸਕੇ। ਕਿਉਂਕਿ ਰਿਸ਼ਤੇਦਾਰ ਸਾਰੇ ਆਣੇ ਹੁੰਦੇ ਨੇ, ਉਹਨਾਂ ਨੂੰ ਇਤਾਅਤ ਦਿੱਤੀ ਜਾਂਦੀ ਹੈ, ਸਾਰਿਆਂ ਦਾ ਫਿਰ ਇੰਤਜ਼ਾਰ ਕੀਤਾ ਜਾਂਦਾ। ਉਸ ਤੋਂ ਬਾਅਦ ਫਿਰ ਜਨਾਜ਼ਾ ਪੜਾਇਆ ਜਾਂਦਾ। ਸਾਰੇ ਰਿਸ਼ਤੇਦਾਰ ਨੂੰ ਇਤਲਾਹ ਹੋ ਜਾਂਦੀ ਹੈ, ਸਾਰੇ ਰਿਸ਼ਤੇਦਾਰ ਪਹੁੰਚ ਜਾਂਦੇ ਨੇ ਤੇ ਪਿੰਡ ਵਾਲੇ ਵੀ ਇਕੱਠੇ ਹੋ ਜਾਂਦੇ ਨੇ, ਸਾਰੇ ਅਜ਼ੀਜ਼ੋ ਘਰ, ਬੇਟੀਆਂ ਵੀ ਆ ਜਾਂਦੀਆਂ। ਹੁਣ ਬੇਟੇ ਜਿਹੜੇ ਨੇ ਉਹਦੀ ਲਾਸ਼ ਦੇ ਕੋਲ, ਚਾਰਪਾਈ ਦੇ ਕੋਲ ਜਿੱਥੇ ਮਈਅਤ ਪਈ ਹੁੰਦੀ ਹੈ, ਖੜ ਕੇ ਮਾਫੀਆਂ ਮੰਗਦੇ ਨੇ। ਅੱਬਾ ਸਾਨੂੰ ਮਾਫ ਕਰ ਦੇ, ਅੱਬਾ ਸਾਨੂੰ ਮਾਫ ਕਰ ਦੇ, ਸਾਡੇ ਕੋਲੋਂ ਗਲਤੀ ਹੋ ਗਈ, ਸਾਡੇ ਕੋਲੋਂ ਗਲਤੀ ਹੋ ਗਈ। ਬੇਟੀਆਂ ਵੀ ਰੋ ਰੋ ਕੇ ਦੁਆਵਾਂ ਅੱਲਾ ਅੱਗੇ ਮੰਗਦੀਆਂ, ਅੱਲਾ ਸਾਡਾ ਪਿਓ ਚਲਾ ਗਿਆ, ਇਹਨੂੰ ਜੰਨਤੁਲ ਫਿਰਦੌਸ 'ਚ ਜਗ੍ਹਾ ਅਤਾ ਫਰਮਾ ਦੇ, ਅੱਲਾ ਇਹਨੂੰ ਬਖਸ਼ ਦੇ। ਅੱਬਾ ਤੂੰ ਕਿੱਥੇ ਚਲਾ ਗਿਆ? ਜਿਵੇਂ ਵੈਣ ਪਾਉਂਦੀਆਂ ਔਰਤਾਂ, ਇਸ ਤਰ੍ਹਾਂ ਉਹ ਵੀ ਹੁਣ ਰੋਂਦੀਆਂ ਨੇ। ਤੇ ਦੂਸਰੀ ਸਾਈਡ ਤੋਂ ਆਵਾਜ਼ ਆ ਜਾਂਦੀ ਹੈ ਕਿ ਅੱਬਾ ਜੇ ਮਰ ਗਿਆ, ਹੁਣ ਤੁਸੀਂ ਮਾਫੀਆਂ ਮੰਗਣ ਲੱਗੇ ਹੋ, ਤੇ ਜੇ ਅੱਬੇ ਕੋਲੋਂ ਪਹਿਲਾਂ ਮਾਫੀਆਂ ਮੰਗ ਲੈਂਦੇ ਕੰਮ ਤਾਂ ਨਾ ਹੁੰਦਾ। ਸਾਰੇ ਪਰੇਸ਼ਾਨ ਹੋ ਜਾਂਦੇ ਨੇ ਕਿ ਯਾਰ ਇਹ ਤਾਂ ਅੱਬੇ ਦੀ ਆਵਾਜ਼ ਆ ਬਿਲਕੁਲ। ਹੁਣ ਇਹ ਵਾਕਿਆ ਇਸ ਤਰ੍ਹਾਂ ਪੇਸ਼ ਆਇਆ ਕਿ ਉਹ ਜਿਹੜਾ ਟ੍ਰੇਨ ਦੀ ਪਟੜੀ ਤੇ ਬੰਦਾ ਹਿੱਟ ਟ੍ਰੇਨ ਨੇ ਕੀਤਾ ਸੀ, ਉਹ ਫਲਕ ਸ਼ੇਰ ਨਹੀਂ ਸੀ ਹੈਗਾ, ਲੇਕਿਨ ਉਹ ਬੰਦਾ ਕੋਈ ਹੋਰ ਸੀ। ਉਹ ਇਹਨਾਂ ਨੇ ਇਹ ਸਮਝਿਆ, ਕਿਉਂਕਿ ਵਾਲਦ ਘਰੋਂ ਲੜ ਕੇ ਗਿਆ ਸੀ, ਇਹਨਾਂ ਨੇ ਕਿਹਾ ਹੋ ਸਕਦਾ ਸਾਡਾ ਵਾਲਦ ਹੋਵੇ। ਉਸ ਬੰਦੇ ਨੇ ਕੱਪੜੇ ਵੀ ਉਹੋ ਜਿਹੇ ਪਾਏ ਸੀ, ਉਸ ਬੰਦੇ ਦੀ ਸਫੈਦ ਦਾੜੀ ਸੀ, ਉਸ ਬੰਦੇ ਦੀ ਉਮਰ ਵੀ ਉਨੀਓ ਸੀ। ਕੁਦਰਤ ਵੱਲੋਂ ਜਦੋਂ ਕੰਮ ਹੋਣਾ ਹੋਵੇ, ਉਹ ਬਿਲਕੁਲ ਨੈਣ ਨਕਸ਼ ਵੀ ਉਹਨਾਂ ਦੇ ਵਾਲਦ ਦੇ ਨਾਲ ਮਿਲਦੇ ਸੀ। ਕਿਉਂਕਿ ਟ੍ਰੇਨ ਦੇ ਵਿੱਚ ਹਾਦਸੇ ਦੀ ਵਜ੍ਹਾ ਨਾਲ ਕੁਝ ਚਿਹਰਾ ਮਸਕ ਵੀ ਹੋ ਗਿਆ ਸੀ, ਪਹਿਚਾਣ ਨਹੀਂ ਸੀ ਹੋ ਰਿਹਾ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਭੁਲੇਖਾ ਲੱਗ ਗਿਆ। ਅੱਛਾ, ਹੁਣ ਦੂਸਰੀ ਸਾਈਡ ਤੇ ਜਿਸ ਵੇਲੇ ਉਹਦੇ ਜਨਾਜ਼ੇ ਦੀਆਂ ਤਿਆਰੀਆਂ ਹੋ ਰਹੀਆਂ, ਉਹ ਜਿਹੜੇ ਖਾਲਾ ਦੇ ਘਰ ਜਾ ਕੇ ਉਹ ਫਲਕ ਸ਼ੇਰ ਰਿਹਾ, ਉਹਨੂੰ ਇਤਲਾਹ ਦਿੱਤੀ ਕਿ ਸਾਡਾ ਵਾਲਦ ਫੌਤ ਹੋ ਗਿਆ ਤੇ ਇੰਨੇ ਵਜੇ ਜਨਾਜ਼ਾ ਤੁਸੀਂ ਆ ਜਾਓ। ਉਹ ਜਦੋਂ ਫਲਕ ਸ਼ੇਰ ਨੂੰ ਇਹ ਗੱਲਾਂ ਦੱਸੀਆਂ ਤੇ ਉਹ ਬੜਾ ਹੱਸਿਆ ਕਿ ਯਾਰ ਮੈਂ ਤਾਂ ਜ਼ਿੰਦਾ ਬੈਠਾ ਤੇ ਉਹ ਮੇਰੇ ਜਨਾਜ਼ੇ ਦੀਆਂ ਤਿਆਰੀਆਂ ਕਰ ਰਹੇ ਆ। ਉਹ ਖਾਲਾ ਦੇ ਬੇਟੇ ਦੇ ਨਾਲ ਬੈਠਾ ਔਰ ਉੱਥੇ ਆ ਜਾਂਦਾ, ਆ ਕੇ ਤੇ ਫਿਰ ਕਹਿੰਦਾ ਕਿ ਤੁਸੀਂ ਅੱਜ ਮਾਫੀਆਂ ਮੰਗ ਰਹੇ ਹੋ ਮੇਰੇ ਕੋਲੋਂ ਜਦੋਂ ਮੈਂ ਮਰ ਗਿਆ ਤੇ ਮੈਂ ਤਾਂ ਜ਼ਿੰਦਾ ਖੜਾ। ਤੇ ਉਹ ਸਾਰੇ ਹੈਰਾਨ ਹੋ ਜਾਂਦੇ ਨੇ। ਤੇ ਉੱਥੋਂ ਫਿਰ ਪੁਲਿਸ ਨੂੰ ਕੋਈ ਕਾਲ ਕਰਦਾ ਕਿ ਇਹ ਲਾਸ਼ ਜਿਹੜੀ ਆ ਗਲਤ ਲਿਆਂਦੀ ਇਹਨਾਂ ਨੇ। ਪੁਲਿਸ ਆਂਦੀ ਆ, ਉਸ ਲਾਸ਼ ਨੂੰ ਆਪਣੀ ਤਹਵੀਲ ਚ ਲੈ ਲੈਂਦੀ ਆ ਔਰ ਹਸਪਤਾਲ ਲੈ ਜਾਂਦੀ ਆ। ਫਿਰ ਲਵਾਹਿਕੀਨ ਦੀ ਤਲਾਸ਼ ਸ਼ੁਰੂ ਕਰ ਦਿੰਦੀ ਆ। ਇਸ ਤਰ੍ਹਾਂ ਇਹ ਗਲਤ ਫਹਿਮੀ ਦੀ ਵਜ੍ਹਾ ਨਾਲ ਵਾਕਿਆ ਪੇਸ਼ ਆਇਆ। ਇਹ ਸੱਚਾ ਵਾਕਿਆ, ਝੂਠਾ ਨਹੀਂ ਹੈਗਾ। ਇਹ 28 ਮਈ ਦਾ ਵਾਕਿਆ, ਦਿਨ 11 ਵਜੇ ਦਾ, 135/16 ਐਲ ਦਾ ਵਾਕਿਆ। ਇਸ ਤਰ੍ਹਾਂ ਭੁਲੇਖਾ ਵੀ ਲੱਗ ਜਾਂਦਾ ਔਰ ਉਹ ਬੰਦਾ ਜ਼ਿੰਦਾ ਖੜਾ। ਤੇ ਫਿਰ ਉਸ ਤੋਂ ਬਾਅਦ ਉਸ ਬੰਦੇ ਦਾ ਇੱਕ ਸਹਾਫੀ ਨੇ ਇੰਟਰਵਿਊ ਵੀ ਲਿਆ ਕਿ ਉਹ ਬੰਦੇ ਨੇ ਫਿਰ ਦੱਸਿਆ ਕਿ ਮੈਂ ਇਸ ਤਰ੍ਹਾਂ ਗਿਆ ਸੀ ਤੇ ਆਪਣੀ ਖਾਲਾ ਦੇ ਬੇਟੇ ਦੇ ਘਰ ਸੀ, ਲੇਕਿਨ ਇਹਨਾਂ ਨੇ ਮੇਰਾ ਜਨਾਜ਼ਾ ਵੀ ਇੱਧਰ ਪੜਾ ਦਿੱਤਾ। ਇਸ ਤਰ੍ਹਾਂ ਵੀ ਹੋ ਜਾਂਦਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।